ਐਸੀ ਭਾਈचारे ਦੇ ਲੋਕ ਕਨਵਰਟ ਕਿਉਂ ਹੋ ਰਹੇ, ਆਪਣਾ ਧਰਮ ਕਿਉਂ ਬਦਲ ਰਹੇ ਆ। ਆਪਣੇ ਆਲੇ ਦੁਆਲੇ ਇੱਕ ਝਾਤ ਮਾਰ ਕੇ ਵੇਖਿਓ ਕਿ ਕਿੰਨੇ ਕੁ ਐਸੀ ਤੇ ਗਰੀਬ ਲੋਕ ਨੇ ਜਿਹੜੇ ਈਸਾਈ ਬਣਨ ਤੋਂ ਬਾਅਦ ਅਮੀਰ ਹੋ ਗਏ। ਕੋਈ ਬੰਦਾ ਤੁਹਾਨੂੰ ਨਜ਼ਰ ਆਉਂਦਾ? ਕਿਸੇ ਦੀ ਮਾਤਾ ਦੀ ਮੌਤ ਹੋ ਗਈ, ਪਿੰਡ 'ਚ 3 ਗੁਰਦੁਆਰੇ ਨੇ ਤੇ ਕਿਸੇ ਨੇ ਵੀ ਮਹਾਰਾਜ ਦਾ ਜਿਹੜਾ ਸਰੂਪ ਨਹੀਂ ਦਿੱਤਾ ਉਹ ਉੱਥੇ ਗੁਰੂ ਮਹਾਰਾਜ ਦਾ ਪਾਠ ਰਖਾਉਣ ਲਈ, ਭੋਗ ਪਾਉਣ ਲਈ। ਕਈ ਥਾਵਾਂ ਦੇ ਉੱਤੇ ਅੰਮ੍ਰਿਤ ਵਾਲਾ ਜਿਹੜਾ ਬਾਟਾ ਵਾ ਉਹ ਵੀ ਅਲੱਗ ਜਿਹੜਾ ਰੱਖਿਆ ਜਾਂਦਾ ਐਸੀ ਭਾਈਚਾਰੇ ਲਈ। ਅਜਨਾਲੇ ਦੇ ਕੋਲ ਇੱਕ ਪਿੰਡ ਆ, ਉੱਥੇ ਅੰਮ੍ਰਿਤਧਾਰੀ ਸਿੰਘ ਦੀ ਜਿਹੜੀ ਪਤਨੀ ਸੀਗੀ, ਐਸੀ ਪਰਿਵਾਰ ਨਾਲ ਉਹ ਸੰਬੰਧਿਤ ਸੀਗਾ ਸਿੰਘ, ਉਹਦੀ ਪਤਨੀ ਦੀ ਉਹਦਾ ਦੇਹਾਂਤ ਹੋ ਜਾਂਦਾ ਤੇ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਬਾਲਣ ਉੱਥੇ ਪਹੁੰਚਾਇਆ ਜਾਂਦਾ ਵਾ, ਉੱਥੋਂ ਬਾਲਣ ਵੀ ਚੁਕਾ ਦਿੱਤਾ ਜਾਂਦਾ ਤੇ ਉਹਦਾ ਉੱਥੇ ਸੰਸਕਾਰ ਨਹੀਂ ਕਰਨ ਦਿੱਤਾ ਜਾਂਦਾ। ਇਸ ਧਰਮ ਨੂੰ ਤੁਸੀਂ ਮਾੜਾ ਕਹਿ ਰਹੇ ਹੋ। ਅੱਧਾ ਪੰਜਾਬ ਉਸੇ ਧਰਮਾਂ ਦੇ ਮੁਲਕਾਂ ਦੀ ਇਮੀਗ੍ਰੇਸ਼ਨ ਦੇ ਦਫ਼ਤਰ ਖੋਲ ਕੇ ਪੰਜਾਬ 'ਚ ਬੈਠਾ ਵਾ ਤੇ ਪੰਜਾਬ ਦੇ ਬਹੁ ਗਿਣਤੀ ਬੱਚੇ ਉਹਨਾਂ ਮੁਲਕਾਂ ਦੇ ਵਿੱਚ ਰੋਟੀ ਵੀ ਕਮਾ ਰਹੇ ਆ ਤੇ ਤਰੱਕੀ ਵੀ ਕਰ ਰਹੇ ਆ। ਤੁਹਾਨੂੰ ਤੇ ਕੋਈ ਬਾਦਲਾਂ ਨਾਲ ਜੁੜੇ ਹੋਣ ਕਰਕੇ ਕੋਈ ਗੰਭੀਰਤਾ ਦੇ ਨਾਲ ਜਾਂ ਸੀਰੀਅਸਲੀ ਲੈਂਦਾ ਹੀ ਨਹੀਂਗਾ। ਪਰ ਜੇ ਪੋਪ ਦੇ ਕਹਿਣ ਦੇ ਉੱਤੇ ਜੇ ਉਹ ਇਹੋ ਜਿਹੀ ਇੱਕ ਸਟੇਟਮੈਂਟ ਦੇ ਦੇਵੇ ਕਿ ਸਾਡੇ ਤੇ ਉਹਦੇ ਨਾਲ ਸਾਡੇ ਬਾਹਰ ਬੈਠੇ ਬੱਚਿਆਂ ਦੇ ਉੱਤੇ ਤੇ ਸਾਡੇ ਭਾਈਚਾਰੇ ਦੇ ਉੱਤੇ ਕਿੱਡੀ ਵੱਡੀ ਮੁਸ਼ਕਲ ਖੜੀ ਹੋ ਜੂਗੀ, ਇਹ ਕਦੀ ਤੁਹਾਡੇ ਦਿਮਾਗ 'ਚ ਨਹੀਂ ਆਇਆ? ਪਿਛਲੇ ਦਿਨੀ ਜਿਹੜੀ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਨਿਹੰਗ ਸਿੰਘਾਂ ਤੇ ਕ੍ਰਿਸਚਨ ਭਾਈਚਾਰੇ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ, ਕੋਈ ਕਹਿੰਦਾ ਉਹ ਪੈਸੇ ਦੇ ਕੇ ਧਰਮ ਪਰਿਵਰਤਨ ਕਰਦੇ ਆ, ਕੋਈ ਕਹਿੰਦਾ ਉਹ ਜ਼ਬਰਦਸਤੀ ਜਿਹੜਾ ਉਹ ਧਰਮ ਪਰਿਵਰਤਨ ਕਰਾਉਂਦੇ ਆ। ਜਿੰਨਾ ਕਿ ਮੈਂ ਘੋਖਿਆ ਕਿ ਕਿਉਂ ਧਰਮ ਪਰਿਵਰਤਨ ਹੋ ਰਿਹਾ, ਕੌਣ ਧਰਮ ਬਦਲ ਰਿਹਾ, ਕਿਉਂ ਲੋਕ ਉਸ ਧਰਮ ਦੇ ਵਿੱਚ ਜਾ ਰਹੇ ਆ, ਜਿੰਨੀ ਕਿ ਮੈਨੂੰ ਸਮਝ ਆਈ ਇਹਨਾਂ 2 ਦਿਨਾਂ ਦੇ ਵਿੱਚ ਤਕਰੀਬਨ ਐਸੀ ਭਾਈਚਾਰੇ ਦੇ ਲੋਕ ਜਿਹੜੇ ਕ੍ਰਿਸਚਨ ਧਰਮ ਦੇ ਵਿੱਚ ਕਨਵਰਟ ਹੋ ਰਹੇ ਆ। ਕਦੀ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹਦੇ 'ਚ SGPC ਹੈ, ਚਾਹੇ ਉਹਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ ਕੋਈ ਧਾਰਮਿਕ ਸੰਸਥਾ ਹੈ, ਕਿ ਇਹ ਲੋਕ ਆਪਣਾ ਧਰਮ ਪਰਿਵਰਤਨ ਕਿਉਂ ਕਰ ਰਹੇ ਆ? ਜਾਣਨ ਤੋਂ ਪਹਿਲਾਂ ਹੀ ਜਥੇਦਾਰ ਸਾਹਿਬ ਵੀ ਇੱਕ ਬਿਆਨ ਦੇ ਦਿੰਦੇ ਨੇ ਕਿ ਜਬਰੀ ਜਿਹੜਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ, ਜਿਹਦੇ ਨਾਲ ਕਈ ਲੋਕ ਤੈਸ਼ ਦੇ ਵਿੱਚ ਆ ਗਏ ਜਥੇਦਾਰ ਸਾਹਿਬ ਦਾ ਬਿਆਨ ਸੁਣ ਕੇ, ਕਿਉਂਕਿ ਐਡੇ ਵੱਡੇ ਉੱਚ ਆਗੂ ਨੇ, ਸਿਰਮੌਰ ਆਗੂ ਨੇ ਬਿਆਨ ਦਿੱਤਾ ਹੋਵੇ ਤੇ ਸੁਭਾਵਿਕ ਸੀਗਾ ਉੱਥੇ ਝਗੜਾ ਹੋਣਾ। ਕਈ ਲੋਕ ਤੈਸ਼ ਦੇ ਵਿੱਚ ਆਏ। ਦੁੱਖ ਇਸ ਗੱਲ ਦਾ ਲੱਗਦਾ ਕਿ ਜਿਸ ਧਰਮ ਦੇ ਗੁਰੂਆਂ ਨੇ, ਸਾਹਿਬਜ਼ਾਦਿਆਂ ਨੇ ਧਰਮ ਪਰਿਵਰਤਨ ਦੇ ਖਿਲਾਫ ਕੁਰਬਾਨੀਆਂ ਦਿੱਤੀਆਂ ਹੋਣ, ਉਸ ਧਰਮ ਦੇ ਲੋਕ ਧਰਮ ਕਿਉਂ ਬਦਲ ਰਹੇ ਆ? ਇਸ ਤੇ ਸੋਚ ਵਿਚਾਰ ਦੀ ਲੋੜ ਸੀ, ਨਾ ਕਿ ਨਾਦਰਸ਼ਾਹੀ ਫਰਮਾਨ ਜਾਰੀ ਕਰਨ ਦੀ। ਢਾਹ ਲਓ, ਜ਼ਬਰਦਸਤੀ ਹੋਣ ਡਿਆ, ਫੜ ਲਓ, ਇਹਨਾਂ ਨੂੰ ਰੋਕ ਦਿਓ। ਜਿੰਨੀ ਕੁ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਆ, ਮੈਂ ਤੁਹਾਡੇ ਲੋਕਾਂ ਨਾਲ ਵੀ ਇਹ ਗੱਲਾਂ ਸਾਂਝੀਆਂ ਜਿਹੜੀਆਂ ਉਹ ਕਰਨੀਆਂ ਚਾਹੁੰਦਾ। ਜੇ ਜਥੇਦਾਰ ਸਾਹਿਬ ਤੇ SGPC ਇਹਦੇ ਤੇ ਗੌਰ ਫਰਮਾਉਣਗੇ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇੱਕ ਵੀ ਬੰਦਾ ਜਿਹੜਾ ਉਹ ਆਪਣਾ ਧਰਮ ਪਰਿਵਰਤਨ ਨਹੀਂ ਕਰੂਗਾ। ਹੁਣ ਮੈਂ ਗੱਲ ਕਰਨ ਲੱਗਾ ਕਿ ਬਹੁ ਗਿਣਤੀ ਐਸੀ ਭਾਈਚਾਰੇ ਦੇ ਲੋਕ ਕਨਵਰਟ ਕਿਉਂ ਹੋ ਰਹੇ, ਆਪਣਾ ਧਰਮ ਕਿਉਂ ਬਦਲ ਰਹੇ ਆ। ਔਰ ਇਹ ਸਭ ਜਾਣ ਕੇ ਮੈਨੂੰ ਸ਼ਰਮ ਵੀ ਬੜੀ ਆਈ ਤੇ ਦੁੱਖ ਵੀ ਬੜਾ ਲੱਗਾ ਕਿ ਜੋ ਉਹਨਾਂ ਦੇ ਨਾਲ ਕਈ ਜਗ੍ਹਾ ਦੇ ਉੱਤੇ ਮਾਨਸਿਕ, ਆਰਥਿਕ ਅਤਿਆਚਾਰ ਤੇ ਈਰਖਾ ਤੇ ਜਿਹੜਾ ਸ਼ੋਸ਼ਣ ਉਹਨਾਂ ਦਾ ਹੋ ਰਿਹਾ ਵਾ। ਕੱਲ ਤੋਂ ਪਹਿਲਾਂ ਮੈਂ ਵੀ ਇਹੀ ਸੋਚਦਾ ਸੀਗਾ ਕਿ ਪੰਜਾਬ ਦੇ ਵਿੱਚ ਕਦੀ ਇਹ ਚੀਜ਼ਾਂ ਹੋ ਹੀ ਨਹੀਂ ਸਕਦੀਆਂ। ਐਸੀ ਭਾਈਚਾਰਾ ਕੋਈ ਪੈਸੇ ਦੇ ਲਾਲਚ ਦੇ ਵਿੱਚ ਨਹੀਂ, ਉਹ ਅਸਲ 'ਚ ਆਪਣੇ ਮਾਨ, ਸਨਮਾਨ ਤੇ ਬਰਾਬਰਤਾ ਦਾ ਭੁੱਖਾ ਵਾ। ਉਹਨੂੰ ਲੈ ਕੇ ਈਸਾਈ ਧਰਮ ਦੇ ਵਿੱਚ ਜਿਹੜਾ ਕਨਵਰਟ ਹੋ ਰਿਹਾ ਵਾ। ਆਪਣੇ ਆਲੇ ਦੁਆਲੇ, ਮੈਂ ਸਾਰਿਆਂ ਨੂੰ ਕਹਿਣਾ, ਆਪਣੇ ਆਲੇ ਦੁਆਲੇ ਇੱਕ ਝਾਤ ਮਾਰ ਕੇ ਵੇਖਿਓ ਕਿ ਕਿੰਨੇ ਕੁ ਐਸੀ ਤੇ ਗਰੀਬ ਲੋਕ ਨੇ ਜਿਹੜੇ ਈਸਾਈ ਬਣਨ ਤੋਂ ਬਾਅਦ ਅਮੀਰ ਹੋ ਗਏ। ਕੋਈ ਬੰਦਾ ਤੁਹਾਨੂੰ ਨਜ਼ਰ ਆਉਂਦਾ? ਕਾਰਨ ਕੀ ਹੈ? ਕਾਰਨ ਪੈਸਾ ਤੇ ਜ਼ਬਰਦਸਤੀ ਨਹੀਂ ਹੈ। ਕਾਰਨ ਇਹ ਹੈ ਕਿ ਉਹਨਾਂ ਨਾਲ ਜੋ ਮੇਰੇ ਵੀ ਧਿਆਨ 'ਚ ਆਇਆ, ਸੋਸ਼ਲ ਮੀਡੀਆ ਦੇ ਉੱਤੇ ਵੀ ਹੈਗਾ, ਕਿ ਵਿਤਕਰਾ ਕਿੱਡਾ ਵੱਡਾ ਹੋ ਰਿਹਾ। ਕੁਝ ਗੱਲਾਂ ਉਹਦੇ ਵਿੱਚੋਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ। ਇਹ ਸਾਰੇ ਦੀਆਂ ਵੀਡੀਓਜ਼ ਤੇ ਲਿੰਕ ਨੇ ਮੇਰੇ ਕੋਲ ਕਿ ਅਜਨਾਲੇ ਦੇ ਕੋਲ ਇੱਕ ਪਿੰਡ ਆ, ਉੱਥੇ ਅੰਮ੍ਰਿਤਧਾਰੀ ਸਿੰਘ ਦੀ ਜਿਹੜੀ ਪਤਨੀ ਸੀਗੀ, ਐਸੀ ਪਰਿਵਾਰ ਨਾਲ ਉਹ ਸੰਬੰਧਿਤ ਸੀਗਾ ਸਿੰਘ, ਉਹਦੀ ਪਤਨੀ ਦੀ ਉਹਦਾ ਦੇਹਾਂਤ ਹੋ ਜਾਂਦਾ ਤੇ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਬਾਲਣ ਉੱਥੇ ਪਹੁੰਚਾਇਆ ਜਾਂਦਾ ਵਾ, ਉੱਥੋਂ ਬਾਲਣ ਵੀ ਚੁਕਾ ਦਿੱਤਾ ਜਾਂਦਾ ਤੇ ਉਹਦਾ ਉੱਥੇ ਸੰਸਕਾਰ ਨਹੀਂ ਕਰਨ ਦਿੱਤਾ ਜਾਂਦਾ। ਤੇ ਉਹ ਜਿਹੜਾ ਸੰਸਕਾਰ ਆ ਮੁੜ ਕੇ ਉਹ ਕਬਰਸਤਾਨ ਦੇ ਵਿੱਚ ਕਰਦੇ। ਉੱਥੇ ਉਹਨਾਂ ਨੇ ਇਹ ਕਿਹਾ ਵੀ ਇਹਨੂੰ ਇੱਥੇ ਨੱਪ ਦਿਓ, ਇਹਨੂੰ ਦਫਨਾ ਦਿਓ। ਉੱਥੇ ਕਬਰਸਤਾਨ ਦੇ ਵਿੱਚ ਜਿਹੜਾ ਸੰਸਕਾਰ ਕੀਤਾ ਜਾਂਦਾ। ਇਸ ਤੋਂ ਅੱਗੇ ਆ ਜਾਓ, ਆ ਇੱਕ ਚੈਨਲ ਦੇ ਉੱਤੇ ਚੱਲਦਾ ਸੀਗਾ, ਖਮਾਣੋ ਦੀ ਹੈ ਕਿ ਕਿਸੇ ਦੀ ਮਾਤਾ ਦੀ ਮੌਤ ਹੋ ਗਈ, ਪਿੰਡ 'ਚ 3 ਗੁਰਦੁਆਰੇ ਨੇ ਤੇ ਕਿਸੇ ਨੇ ਵੀ ਮਹਾਰਾਜ ਦਾ ਜਿਹੜਾ ਸਰੂਪ ਨਹੀਂ ਦਿੱਤਾ, ਉਹ ਉੱਥੇ ਗੁਰੂ ਮਹਾਰਾਜ ਦਾ
ਪਾਠ ਰਖਾਉਣ ਲਈ, ਭੋਗ ਪਾਉਣ ਲਈ। ਅੱਗੇ ਆ ਜਾਓ। ਜੋ ਮੈਨੂੰ ਪਤਾ ਲੱਗਾ ਤੇ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ, ਮੈਂ ਤੇ ਕਦੀ ਇਹਨਾਂ ਚੀਜ਼ਾਂ ਦੇ ਵਿੱਚ ਧਿਆਨ ਹੀ ਨਹੀਂ ਦਿੱਤਾ, ਤੇ ਪਰ ਜਦੋਂ ਸਮਾਜ ਉਲਝ ਰਿਹਾ ਇਹਦੇ ਪਾਸੇ ਤੇ ਮੈਂ ਬੋਲਣਾ ਜਿਹੜਾ ਉਹ ਜ਼ਰੂਰੀ ਸਮਝਿਆ ਸੀਗਾ ਕਿ ਕਈ ਥਾਵਾਂ ਦੇ ਉੱਤੇ ਅੰਮ੍ਰਿਤ ਵਾਲਾ ਜਿਹੜਾ ਬਾਟਾ ਵਾ ਉਹ ਵੀ ਅਲੱਗ ਜਿਹੜਾ ਰੱਖਿਆ ਜਾਂਦਾ ਐਸੀ ਭਾਈਚਾਰੇ ਲਈ। ਮੂੰਹ ਤੇ ਉਹਨੂੰ ਲਾਉਣ ਦੀ ਗੱਲ ਦੂਰ ਹੈ, ਜੇ ਕਿਤੇ ਉਹਨੂੰ ਹੱਥ ਵੀ ਲਾ ਦਿੱਤਾ ਜਾਵੇ। ਤੇ ਇੱਕ ਸਿੰਘ ਬੋਲ ਰਿਹਾ ਸੀਗਾ ਕਿ ਉਹਨਾਂ ਬੰਦਿਆਂ ਨੂੰ ਮੁੜ ਕੇ ਕੁੱਟਿਆ ਜਾਂਦਾ ਔਰ ਕਈ ਉਦੋਂ ਉਸ ਤੋਂ ਬਾਅਦ ਅੱਗ ਦੇ ਵਿੱਚ ਸੁੱਟ ਕੇ ਉਸ ਭਾਂਡੇ ਨੂੰ ਪੂਰਾ ਸਾੜ ਕੇ ਤੇ ਫਿਰ ਉਹਨੂੰ ਕਿਹਾ ਜਾਂਦਾ, ਇਹ ਸ਼ੁੱਧ ਕੀਤਾ ਜਾਂਦਾ। ਔਰ ਕਈ ਥਾਵਾਂ ਦੇ ਉੱਤੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਦੂਰ ਕਰਨੀਆਂ ਚਾਹੀਦੀਆਂ ਤੇ ਜਿਹੜਾ ਭਾਈਚਾਰਾ ਬਣਾਉਣਾ ਚਾਹੀਦਾ ਵਾ ਕਿ ਉਹ ਕਈ ਲੋਕ ਜੇ ਭਾਂਡਿਆਂ ਦੀ ਸੇਵਾ ਵੀ ਕਰਨੀ ਚਾਹਣ, ਭਾਂਡਿਆਂ ਦੀ ਸੇਵਾ ਤੇ ਦੂਰ ਆ ਵੀ ਭਾਂਡਿਆਂ ਨੂੰ ਹੱਥ ਵੀ ਨਹੀਂ ਲਾਉਣ ਦਿੱਤਾ ਜਾਂਦਾ ਉਹਨਾਂ ਨੂੰ। ਅੱਗੇ ਆਓ, ਆ ਪਿੰਡ ਮਲੂਕਾ ਮਾਲਵੇ ਦੇ ਵਿੱਚ ਉੱਥੇ ਤੀਆਂ ਦਾ ਫੰਕਸ਼ਨ ਸੀਗਾ ਔਰ ਸਟੇਜ ਦੇ ਉੱਤੇ ਮੋਹਤਬਰ ਬੋਲ ਰਹੇ ਨੇ ਕਿ ਜ਼ਿਮੀਂਦਾਰਾਂ ਦੀਆਂ ਜਿਹੜੀਆਂ ਬੁੜੀਆਂ ਵਾ ਉਹ ਅੱਗੇ ਆ ਜਾਓ, ਛੋਟੀ ਜਾਤੀ ਵਾਲੀਆਂ ਜਿਹੜੀਆਂ ਉਹ ਪਿਛਲੇ ਪਾਸੇ ਚੱਲ ਜਾਓ, ਤੇ ਜਿਹੜੇ ਵੱਡੇ ਲੋਕ ਆ ਉਹ ਲੰਗਰ ਇੱਧਰ ਆ ਕੇ ਛਕੋ ਤੇ ਗਰੀਬ ਜਿਹੜੀ ਜਨਤਾ ਉਹ ਦੂਜੇ ਪਾਸੇ ਬਵੇ। ਤੇ ਟੈਂਟ ਵੀ ਵੱਖਰੇ ਲਾਏ ਗਏ ਉੱਚ ਜਾਤੀ ਵਾਲਿਆਂ ਦੇ ਤੇ ਜਿਹੜੇ ਐਸੀ ਭਾਈਚਾਰੇ ਦੇ ਆ। ਇਹੋ ਜਿਹੇ ਹਾਲਾਤ ਯਾਰ ਪੰਜਾਬ ਦੇ ਵਿੱਚ ਨੇ, ਮਤਲਬ ਮੈਂ ਤੇ ਕਦੀ ਸੁਣਦਾ ਹੀ ਨਹੀਂ ਸੀ ਤੇ ਨਾ ਇਹਨਾਂ ਚੀਜ਼ਾਂ ਨੂੰ ਮੰਨਦਾ ਸੀਗਾ। ਔਰ ਕਈ ਥਾਵਾਂ ਦੇ ਉੱਤੇ ਗੁਰਦੁਆਰਿਆਂ ਦੇ ਵਿੱਚ, ਪੰਚਾਇਤਾਂ ਦੇ ਵਿੱਚ ਇਹ ਮਤੇ ਪਾਏ ਜਾਂਦੇ ਆ ਕਿ ਇਸ ਭਾਈਚਾਰੇ ਦੀ ਜਾਂ ਗਰੀਬ ਦੀ ਦਿਹਾੜੀ ਇੰਨੀ ਤੈਅ ਕੀਤੀ ਜਾਂਦੀ ਹੈ, ਜੇ ਇਸ ਤੋਂ ਵੱਧ ਮੰਗਦਾ ਤੇ ਇਹਨੂੰ ਕੰਮ ਨਾ ਦਿੱਤਾ ਜਾਵੇ। ਚਲੋ ਕੰਮ ਦੇਣਾ ਨਾ ਦੇਣਾ ਉਹ ਹਰ ਬੰਦੇ ਦੇ ਹੱਥ ਦੇ ਵਿੱਚ ਆ, ਉਹਦਾ ਮਤਲਬ ਉਹਦਾ ਹੱਕ ਹੈ ਉਹਨੂੰ ਕੰਮ ਦਵੇ ਨਾ ਦਵੇ, ਪਰ ਇਹਦੇ ਨਾਲ ਇਹ ਵੀ ਸ਼ਰਤਾਂ ਰੱਖ ਦੇਣੀਆਂ ਕਿ ਇਸ ਤੋਂ ਬਾਅਦ ਇਹਨਾਂ ਨੂੰ ਕੋਈ ਸਮਾਨ ਨਾ ਦਿੱਤਾ ਜਾਵੇ, ਕੋਈ ਦੁੱਧ ਨਾ ਦਿੱਤਾ ਜਾਵੇ, ਹੋਰ ਕਿਸੇ ਤਰ੍ਹਾਂ ਦੀ ਵੀ ਚੀਜ਼ ਦੀ ਲੋੜ ਹੈ ਜਾਂ ਮੁੱਲ ਲੈਣੀ ਚਾਹਣ ਤੇ ਇਹਨਾਂ ਨਾਲ ਕੋਈ ਰਾਬਤਾ ਰੱਖਿਆ ਨਾ ਜਾਵੇ। ਤੇ ਫਿਰ ਇਹ ਤੇ ਅਤਿਆਚਾਰ ਹੀ ਹੈ ਨਾ। ਗੁਰੂ ਮਹਾਰਾਜ ਤੇ ਸਾਨੂੰ ਜਾਤ ਪਾਤ ਤੋਂ ਬਾਹਰ ਕਰਕੇ ਗਏ, ਫਿਰ ਜੇ ਤੁਸੀਂ ਉਹਨਾਂ ਗੁਰੂ ਮਹਾਰਾਜ ਦੇ ਸਥਾਨਾਂ ਦੇ ਉੱਤੇ ਇਹਨਾਂ ਲੋਕਾਂ ਨਾਲ ਵਿਤਕਰਾ ਕਰਦੇ ਹੋ ਤੇ ਸੁਭਾਵਕ ਹੈ ਇਹ ਲੋਕ ਫਿਰ ਗੁਰੂ ਮਹਾਰਾਜ ਤੇ ਗੁਰਦੁਆਰਿਆਂ ਤੋਂ ਕਿਨਾਰਾ ਕਰਨਗੇ ਹੀ ਨਾ, ਹੋਰ ਪਾਸੇ ਜਾਣਗੇ ਹੀ। ਹੋਰ ਉਹ ਕਰਨ ਵੀ ਕੀ, ਉਹ ਜਾਣ ਵੀ ਕਿੱਥੇ ਜਦੋਂ ਐਡਾ ਵੱਡਾ ਇੱਕ ਫਰਕ ਹੀ ਪਾ ਦਿੱਤਾ ਗਿਆ ਉੱਪਰ ਤੇ ਥੱਲੇ ਵਾਲੇ ਲੈਵਲ ਦਾ। ਮੈਨੂੰ ਤੇ ਜੋ ਲੱਗਦਾ ਸੀਗਾ, ਮੈਨੂੰ ਵੀ ਇਹ ਮਹਿਸੂਸ ਹੁੰਦਾ ਸੀ ਕਿ ਕਈ ਲੋਕ ਸਹੂਲਤਾਂ ਲਈ ਧਰਮ ਪਰਿਵਰਤਨ ਕਰਦੇ ਆ, ਪਰ ਅਸਲੀ ਲੜਾਈ ਜਿਹੜੀ ਉਹਨਾਂ ਦੇ ਮਾਨ ਸਨਮਾਨ ਤੇ ਬਰਾਬਰਤਾ ਦੀ ਆ, ਉਹ ਜਿੱਥੇ ਵੀ ਜਿਹੜੇ ਇਨਸਾਨ ਨੂੰ ਮਿਲੂਗਾ ਉਹ ਜਾਊਗਾ। ਇਹ ਇਨਸਾਨੀ ਫਿਤਰਤ ਹੈ। ਮੈਨੂੰ ਵੀ ਜਿੱਥੇ ਮਾਨ ਸਨਮਾਨ ਮਿਲੂਗਾ ਮੈਂ ਜ਼ਰੂਰ ਜਾਊਂਗਾ। ਹੁਣ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਤੁਸੀਂ ਜਿੰਨੇ ਵੀ ਭਾਰਤ ਦੇ ਕਹਿ ਲਓ, ਪੰਜਾਬ ਦੇ ਕਹਿ ਲਓ, ਜਿਹੜੇ ਗੈਰ ਕ੍ਰਿਸਚਨ ਲੋਕ ਹੋ, ਜਿਹੜੇ ਤੁਸੀਂ ਈਸਾਈ ਨਹੀਂ ਹੈਗੇ, ਜਿਨ੍ਹਾਂ ਦਾ ਕ੍ਰਿਸਚਨ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ, ਅਸੀਂ ਸਾਰੇ ਜਾਣੇ ਆਪਣੇ ਬੱਚਿਆਂ ਨੂੰ ਪੜ੍ਹਾਈ ਨੂੰ ਲੈ ਕੇ ਕ੍ਰਿਸਚਨ ਸਕੂਲਾਂ ਦੇ ਵਿੱਚ ਦਾਖਲੇ ਲਈ ਉਤਾਵਲੇ ਵੀ ਰਹਿੰਦੇ ਆ ਤੇ ਵੱਧ ਤੋਂ ਵੱਧ ਸਿਫਾਰਿਸ਼ ਕਰਾ ਕੇ ਸਕੂਲ ਦੇ ਵਿੱਚ ਦਾਖਲਾ ਵੀ ਲੈਂਦੇ ਆ। ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਕਦੀ ਕਿਸੇ ਵੀ ਬੱਚੇ ਨੇ ਘਰ ਆ ਕੇ ਕਿਹਾ ਕਿ ਉਸ ਸਕੂਲ ਦੇ ਵਿੱਚ ਪਾਪਾ ਜਾਂ ਮੰਮਾ ਧਰਮ ਦਾ ਪ੍ਰਚਾਰ ਹੋ ਰਿਹਾ ਜਾਂ ਸਾਡੇ ਉੱਤੇ ਕੋਈ ਦਬਾਅ ਬਣਾਇਆ ਜਾਂਦਾ ਵਾ? ਕਦੀ ਇੱਕ ਵੀ ਬੱਚੇ ਨੇ ਬਾਹਰ ਆ ਕੇ ਕਿਹਾ? ਜਾਂ ਕਿੰਨੇ ਬੱਚੇ ਉਹਨਾਂ ਸਕੂਲਾਂ ਦੇ ਵਿੱਚ ਲੰਮਾ ਸਮਾਂ ਪੜ੍ਹ ਕੇ ਜਿਹੜੇ ਉਹ ਕ੍ਰਿਸਚਨ ਬਣ ਗਏ ਆ? ਕੋਈ ਇੱਕ ਵੀ ਦੱਸ ਦਿਓ। ਜਾਂ ਉਹਨਾਂ ਸਕੂਲਾਂ ਨੇ ਕਦੀ ਬੱਚੇ ਦੀ ਐਡਮਿਸ਼ਨ ਦੇ ਉੱਤੇ ਸ਼ਰਤ ਵੀ ਰੱਖੀ ਹੋਵੇ ਵੀ ਇਹ ਜਿਹੜੀ ਪਹਿਲ ਆ ਉਹ ਕ੍ਰਿਸਚਨ ਨੂੰ ਦਿੱਤੀ ਜਾਊਗੀ? ਅੱਗੇ ਆ ਜਾਓ, ਮੋਸਟਲੀ ਜਿਹੜੇ ਟੀਚਰ ਨੇ, ਬਹੁ ਗਿਣਤੀ ਟੀਚਰ ਉਹਨਾਂ ਕ੍ਰਿਸਚਨ ਸਕੂਲਾਂ ਦੇ ਵਿੱਚ ਗੈਰ ਕ੍ਰਿਸਚਨ ਨੇ, ਉਹ ਸਾਡੇ ਲੋਕਾਂ ਦੇ ਭਾਈਚਾਰੇ ਦੇ ਵਿੱਚੋਂ ਨੇ। ਕਦੀ ਉਹਨਾਂ ਨੇ ਸ਼ਰਤ ਰੱਖੀ ਹੈ ਕਿ ਸਿਰਫ ਕ੍ਰਿਸਚਨ ਨੂੰ ਹੀ ਟੀਚਰ ਜਿਹੜਾ ਰੱਖਿਆ ਜਾਊਗਾ, ਉਹਨੂੰ ਨੌਕਰੀ ਦਿੱਤੀ ਜਾਊਗੀ? ਜਿਸ ਦੇਸ਼ ਦੇ ਵਿੱਚ ਬੇਰੁਜ਼ਗਾਰੀ ਇੰਨੀ ਵੱਡੀ ਹੋਵੇ, ਧਰਮ ਤਬਦੀਲੀ ਕਰਾਉਣ ਲਈ ਨੌਕਰੀ ਦੇਣ ਦੇ ਬਦਲੇ ਉਹਨਾਂ ਕੋਲ ਹਥਿਆਰ ਹੀ ਬੜਾ ਵੱਡਾ ਵਾ, ਕਦੀ ਉਹਨਾਂ ਨੇ ਇਹਨੂੰ ਵਰਤਿਆ? ਆਪਾਂ ਹਰ ਵੇਲੇ ਲੜਾਈ ਵਾਲੇ ਪਾਸੇ ਨਾ ਧਿਆਨ ਦਿਆ ਕਰੀਏ। ਸਭ ਤੋਂ ਵੱਡਾ ਤਿਉਹਾਰ ਉਹਨਾਂ ਲੋਕਾਂ ਦਾ 25 ਦਸੰਬਰ ਹੁੰਦਾ, ਜਿਹੜਾ ਮੈਰੀ ਕ੍ਰਿਸਮਸ ਉਹ ਮਨਾਉਂਦੇ ਆ। ਕਦੀ ਮਾਪਿਆਂ ਨੂੰ ਉਹਨਾਂ ਦੇ ਫੋਨ ਦੇ ਉੱਤੇ ਸੱਦਾ ਆਇਆ ਜਾਂ ਕੋਈ ਫੋਨ ਮੈਸੇਜ ਆਉਂਦਾ ਵੀ ਇਹ ਤਿਉਹਾਰ ਜਿਹੜਾ ਤੁਸੀਂ ਮਨਾਓ ਤੇ ਸਾਨੂੰ ਇਹਦੀ ਕੋਈ ਸੈਲਫੀ ਭੇਜੋ ਜਾਂ ਆਪਣੇ ਬੱਚੇ ਨੂੰ ਇਹਦੀ ਕੋਈ ਫੋਟੋ ਦੇ ਸਮੇਤ ਭੇਜੋ? ਕਦੀ ਕਿਸੇ ਤਰ੍ਹਾਂ ਦਾ ਦਬਾਅ ਪਿਆ ਤੁਹਾਡੇ ਉੱਤੇ? ਸੋ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨ ਦੇਣ ਤੋਂ ਪਹਿਲਾਂ ਮੈਂ ਜਥੇਦਾਰ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਵਾਂ, ਤੁਸੀਂ ਇਸ ਚੀਜ਼ ਦੇ ਉੱਤੇ ਧਿਆਨ ਜ਼ਰੂਰ ਮਾਰ ਲੈਣਾ ਸੀਗਾ ਕਿ ਜਿਸ ਧਰਮ ਨੂੰ ਤੁਸੀਂ ਮਾੜਾ ਕਹਿ ਰਹੇ ਹੋ, ਅੱਧਾ ਪੰਜਾਬ ਉਸੇ ਧਰਮਾਂ ਦੇ ਮੁਲਕਾਂ ਦੀ ਇਮੀਗ੍ਰੇਸ਼ਨ ਦੇ ਦਫ਼ਤਰ ਖੋਲ੍ਹ ਕੇ ਪੰਜਾਬ 'ਚ ਬੈਠਾ ਵਾ ਤੇ ਪੰਜਾਬ ਦੇ ਬਹੁ ਗਿਣਤੀ ਬੱਚੇ ਉਹਨਾਂ ਮੁਲਕਾਂ ਦੇ ਵਿੱਚ ਰੋਟੀ ਵੀ ਕਮਾ ਰਹੇ ਆ ਤੇ ਤਰੱਕੀ ਵੀ ਕਰ ਰਹੇ ਆ। ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਉਹ ਕ੍ਰਿਸਚਨ ਦੇਸ਼ ਨੇ
ਤੇ ਉਹਨਾਂ ਮੁਲਕਾਂ ਨੇ ਕਦੀ ਉਹਨਾਂ ਲੋਕਾਂ ਨੂੰ ਮਨਾ ਕੀਤਾ ਵੀ ਤੁਸੀਂ ਗੁਰਦੁਆਰਿਆਂ 'ਚ ਨਾ ਜਾਓ, ਤੁਸੀਂ ਸਿਰਫ ਸਾਡੇ ਚਰਚ ਦੇ ਵਿੱਚ ਹੀ ਆਓ। ਜਥੇਦਾਰ ਸਾਹਿਬ, ਤੁਹਾਡੇ ਖੜੇ ਕੀਤੇ ਇਸ ਟਕਰਾਅ ਦੇ ਉੱਪਰ ਮੈਂ ਤੁਹਾਡੀ ਜਾਣਕਾਰੀ ਵਧਾਉਣਾ ਚਾਹੁੰਦਾ ਵਾਂ। ਪੜ੍ਹੇ ਲਿਖੇ ਹੋ ਤੁਸੀਂ, PhD ਹੋ, ਪਰ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਤੇ ਦਿਆ ਕਰੋ ਕਿ ਤੁਸੀਂ ਕਿੱਡੀ ਵੱਡੀ ਹਸਤੀ ਹੋ। ਤੁਹਾਡੇ ਬੋਲਣ ਦੇ ਨਾਲ ਸਮਾਜ ਨੂੰ ਮਿਲਣਾ ਕੀ ਹੈ ਔਰ ਭਾਈਚਾਰੇ ਨੂੰ ਨੁਕਸਾਨ ਕੀ ਹੋਣਾ। ਪੂਰੀ ਦੁਨੀਆ ਦੇ ਵਿੱਚ ਕ੍ਰਿਸਚਨ ਜਿਹੜੀ ਆਬਾਦੀ ਆ ਉਹ ਸਭ ਤੋਂ ਵੱਧ ਹੈ, 31.11%। ਉਸ ਤੋਂ ਬਾਅਦ ਆ ਦੂਜੇ ਨੰਬਰ ਤੇ ਆਉਂਦੇ ਮੁਸਲਿਮ 24.90%, ਤੀਜੇ ਨੰਬਰ ਤੇ ਆਉਂਦੇ ਨੇ ਹਿੰਦੂ 15.16%, 6.62% ਬੋਧੀ ਨੇ ਤੇ ਬਾਕੀ ਧਰਮ ਜਿਹੜੇ ਨੇ ਉਹ 6.40% ਬਣਦੇ ਆ, ਜਿਹਦੇ ਵਿੱਚੋਂ ਅਸੀਂ ਕਿੰਨੇ ਆ 0.33 ਪੈਸੇ ਨਾ ਸਮਝ ਲਿਓ, ਰੁਪਈਏ ਦੇ 33 ਪੈਸੇ ਇੰਨੇ ਆ ਸੀ। ਤੇ ਜਿਹੜਾ ਬਿਆਨ ਤੁਸੀਂ ਦਿੱਤਾ ਕਿ ਜਬਰੀ ਜਿਹੜਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਵਾ, ਜਿਸ ਤੋਂ ਕਈ ਸਿੱਖ ਸੰਗਠਨ ਤੈਸ਼ ਦੇ ਵਿੱਚ ਆਏ ਕਿਉਂਕਿ ਤੁਹਾਡਾ ਹੁਕਮ ਸੀਗਾ ਔਰ ਇਹ ਜਿਹੜਾ ਟਕਰਾਅ ਵਧਿਆ, ਤੇ ਤੁਸੀਂ ਕਦੀ ਸੋਚਿਆ ਕਿ ਜੇ ਇਹੋ ਜਿਹਾ ਬਿਆਨ ਉਹ ਕ੍ਰਿਸਚਨ ਦਾ ਪੌਪ ਜਿਹੜਾ ਵਾ ਉਹ ਦੇ ਦੇਵੇ, ਤੁਹਾਨੂੰ ਤੇ ਕੋਈ ਬਾਦਲਾਂ ਨਾਲ ਜੁੜੇ ਹੋਣ ਕਰਕੇ ਕੋਈ ਗੰਭੀਰਤਾ ਦੇ ਨਾਲ ਜਾਂ ਸੀਰੀਅਸਲੀ ਲੈਂਦਾ ਹੀ ਨਹੀਂਗਾ। ਪਰ ਜੇ ਪੋਪ ਦੇ ਕਹਿਣ ਦੇ ਉੱਤੇ ਜੇ ਉਹ ਇਹੋ ਜਿਹੀ ਇੱਕ ਸਟੇਟਮੈਂਟ ਦੇ ਦੇਵੇ ਕਿ ਸਾਡੇ ਤੇ ਉਹਦੇ ਨਾਲ ਸਾਡੇ ਬਾਹਰ ਬੈਠੇ ਬੱਚਿਆਂ ਦੇ ਉੱਤੇ ਤੇ ਸਾਡੇ ਭਾਈਚਾਰੇ ਦੇ ਉੱਤੇ ਕਿੱਡੀ ਵੱਡੀ ਮੁਸ਼ਕਲ ਖੜੀ ਹੋ ਜੂਗੀ, ਇਹ ਕਦੀ ਤੁਹਾਡੇ ਦਿਮਾਗ 'ਚ ਨਹੀਂ ਆਇਆ। ਇਹ ਨਹੀਂ ਆਇਆ ਦਿਮਾਗ ਦੇ ਵਿੱਚ ਵੀ ਉਹਨਾਂ ਲੋਕਾਂ ਦੀ ਪ੍ਰਤੀ ਵੀ ਤੁਹਾਡਾ ਓਨਾ ਹੀ ਫਰਜ਼ ਆ, ਉਹਨਾਂ ਲੋਕਾਂ ਦੀ ਰਾਖੀ ਦੇ ਪ੍ਰਤੀ ਵੀ ਤੁਹਾਡਾ ਓਨਾ ਹੀ ਫਰਜ਼ ਆ। ਐਡੀ ਵੱਡੀ ਸੰਸਥਾ ਦੇ ਤੁਸੀਂ ਮੁਖੀ ਹੋ, ਤੁਹਾਡਾ ਤੇ ਬਣਦਾ ਸੀਗਾ ਕਿ ਉਹਨਾਂ ਦੇ ਆਗੂਆਂ ਨੂੰ ਸਾਧੇ ਔਰ ਉਹਨਾਂ ਨਾਲ ਬੈਠਕ ਕਰਕੇ ਦੱਸਦੇ, ਉਹ ਤੁਹਾਨੂੰ ਆਪਣਾ ਪੱਖ ਰੱਖਦੇ। ਸਿਰਫ ਇੱਕਦਮ ਹਵਾ ਦੇ ਵਿੱਚ ਆ ਕੇ ਬਿਆਨ ਜਾਰੀ ਕਰ ਦੇਣਾ, ਇਹਦੇ ਨਾਲ ਬਾਕੀ ਕੌਮ ਨੂੰ ਕਿੰਨਾ ਵੱਡਾ ਜਿਹੜਾ ਨੁਕਸਾਨ ਹੋ ਸਕਦਾ ਵਾ। ਤੁਹਾਡੇ ਆਖੇ ਲੱਗਣ ਤੋਂ ਤੇ ਤੁਹਾਡੇ ਬਾਦਲਾਂ ਨਾਲ ਯਾਰੀ ਤੋਂ ਮੈਨੂੰ ਯਾਦ ਆਇਆ ਕਿ ਤੁਸੀਂ ਪਹਿਲਾਂ ਵੀ ਇੱਕ ਹੁਕਮਨਾਮਾ ਜਾਰੀ ਕੀਤਾ ਸੀਗਾ ਕਿ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਹਫ਼ਤੇ ਦੇ ਵਿੱਚ ਆਪਣਾ YouTube ਚੈਨਲ ਜਾਰੀ ਕਰੇ ਤੇ ਗੁਰਬਾਣੀ ਦਾ ਪ੍ਰਸਾਰ ਜਿਹੜਾ ਉਹਦੇ ਉੱਤੇ ਸਿੱਧੇ ਤੌਰ ਦੇ ਉੱਤੇ ਕੀਤਾ ਜਾਵੇ। ਉਸ ਗੱਲ ਨੂੰ ਅੱਜ 6 ਮਹੀਨੇ ਹੋ ਚੱਲੇ ਜਥੇਦਾਰ ਸਾਹਿਬ, ਉਹ ਹੁਕਮਨਾਮਾ ਤੁਹਾਡੇ ਕੋਲੋਂ ਲਾਗੂ ਨਹੀਂ ਕਰਾਇਆ ਗਿਆ ਕਿਉਂਕਿ ਉਹ ਚੈਨਲ ਬਾਦਲਾਂ ਦਾ ਚੱਲਦਾ ਵਾ ਤੇ ਬਾਦਲ ਤੇ ਆਪਣੇ ਆਪ ਨੂੰ ਕਾਲ ਤਖਤ ਦੇ ਜਥੇਦਾਰ ਤੋਂ ਵੀ ਵੱਡਾ ਸਮਝਦੇ ਆ। ਜਿਸ ਬਾਣੀ ਦਾ ਪ੍ਰਚਾਰ, ਜਿਸ ਬਾਣੀ ਦਾ ਪ੍ਰਸਾਰ ਗੁਰੂ ਸਾਹਿਬ ਨੇ ਘਰ ਘਰ ਕੀਤਾ ਹੋਵੇ ਜਾ ਕੇ, ਤੇ ਜਦੋਂ ਸਮਾਜ 'ਚੋਂ ਮੁੱਲ ਵਿਕਣ ਲੱਗ ਪਏ, ਉਹਦੀ ਆੜ ਦੇ ਵਿੱਚ ਦੁਕਾਨਾਂ ਚੱਲਣ ਲੱਗ ਪੈਣ, ਫਿਰ ਧਰਮ ਪਰਿਵਰਤਨ ਹੋਣਾ ਤੇ ਸੁਭਾਵਿਕ ਹੀ ਹੈ। ਇਹਨੂੰ ਤੁਸੀਂ ਰੋਕ ਕਿਵੇਂ ਸਕਦੇ ਹੋ? ਜਥੇਦਾਰ ਜੀ, ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਵੀ ਗੌਰ ਕਰੋ। 1100 ਕਰੋੜ ਰੁਪਈਆ ਸਾਲਾਨਾ ਸ਼੍ਰੋਮਣੀ ਕਮੇਟੀ ਦਾ ਬਜਟ ਹੈ, ਜਿਹਦੇ ਵਿੱਚੋਂ 75 ਕਰੋੜ ਰੁਪਈਆ ਸਾਲਾਨਾ ਧਰਮ ਪ੍ਰਚਾਰ ਦਾ ਰੱਖਿਆ ਜਾਂਦਾ, ਜਿਸ 'ਚੋਂ ਅੱਧੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਤੇ 2-2 ਲੱਖ ਰੁਪਈਆ ਪਰ SGPC ਮੈਂਬਰ ਨੂੰ, 175 ਦੇ ਕਰੀਬ ਮੈਂਬਰ ਨੇ, 2-2 ਲੱਖ ਰੁਪਈਆ ਉਹਨਾਂ ਨੂੰ ਦਿੱਤਾ ਜਾਂਦਾ ਤੇ ਕਈ ਜਥੇਬੰਦੀਆਂ ਨੂੰ ਰਸਦਾਂ ਜਾਰੀ ਕੀਤੀਆਂ ਜਾਂਦੀਆਂ ਨੇ। ਪਰ ਤੁਸੀਂ ਇਹਦੇ ਬਦਲੇ 75 ਕਰੋੜ ਖਰਚ ਕਰਨ ਦੇ ਬਦਲੇ ਤੁਸੀਂ ਕਦੀ ਇਹ ਪੁੱਛਣ ਦੀ ਜ਼ਹਿਮਤ ਜਾਂ ਕੋਸ਼ਿਸ਼ ਕੀਤੀ ਹੈ ਕਿ ਧਰਮ ਪ੍ਰਚਾਰ ਕਿੱਥੇ ਹੋ ਰਿਹਾ? ਕਦੀ ਕਿਸੇ ਪ੍ਰਚਾਰਕ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ ਵੀ ਜਿਹੜੇ ਇਲਾਕੇ 'ਚੋਂ ਪ੍ਰਚਾਰਕ ਹੋਵੇ ਜਾਂ ਜਿਸ ਇਲਾਕੇ ਦਾ ਉਹ ਮੈਂਬਰ ਹੋਵੇ, ਉਸ ਇਲਾਕੇ ਦੇ ਵਿੱਚ ਧਰਮ ਪਰਿਵਰਤਨ ਹੋਇਆ, ਕਦੀ ਉਹਨਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ? ਉਹਨਾਂ ਨੂੰ ਕੋਈ ਦੰਡ ਲਾਉਣ ਦੀ ਕੋਸ਼ਿਸ਼ ਕੀਤੀ? ਉਹਨਾਂ ਦੀ ਤਨਖਾਹ ਕੱਟਣ ਦੀ ਕੋਸ਼ਿਸ਼ ਕੀਤੀ ਹੈ? ਧਰਮ ਪ੍ਰਚਾਰ ਤੇ ਬਹੁਤ ਦੂਰ ਦੀ ਗੱਲ ਹੈ ਯਾਰ। ਮੈਨੂੰ ਤੇ ਇਹ ਪਤਾ ਲੱਗਾ ਕਿ ਕਰੋੜਾਂ ਰੁਪਈਆ SGPC ਦੇ ਜਿਹੜੇ ਵਿਦਿਅਕ ਅਦਾਰੇ ਚੱਲਦੇ ਨੇ, ਉਹਨਾਂ ਟੀਚਰਾਂ ਦੀ ਤਨਖਾਹ ਪੈਂਡਿੰਗ ਪਈ ਆ। 6-6 ਮਹੀਨੇ ਤੋਂ ਉਹਨਾਂ ਲੋਕਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਤੇ ਕਈ ਥਾਂ ਤੇ ਉਹ ਧਰਨੇ ਲਾਉਂਦੇ ਫਿਰਦੇ ਨੇ। ਕਈ ਮੈਨੂੰ ਮੈਸੇਜ ਆਉਂਦੇ ਨੇ ਐਜੂਕੇਸ਼ਨ ਦੇ ਉੱਤੇ ਤਨਖਾਹਾਂ ਲਈ ਤੇ ਤੁਹਾਡੇ ਕੋਲ ਪੈਸੇ ਨਹੀਂ, ਜਿੱਥੋਂ ਬੱਚਿਆਂ ਦਾ ਭਵਿੱਖ ਤਿਆਰ ਹੋਣਾ ਵਾ, ਤੇ ਬਾਕੀ ਤੇ ਗੱਲਾਂ ਹੀ ਬਾਅਦ ਦੀਆਂ ਰਹਿ ਗਈਆਂ ਨਾ। ਬਾਕੀ ਤੁਸੀਂ ਕਰੋਗੇ ਕੀ ਕਿ ਜਿੱਥੋਂ ਸਾਡੇ ਬੱਚਿਆਂ ਨੇ ਸਿੱਖਿਆ ਲੈਣੀ ਆ? ਜਿਸ ਧਰਮ 'ਚ ਗੁਰੂ ਮਹਾਰਾਜ ਦੇ ਸਭ ਤੋਂ ਕਰੀਬੀ ਪਾਠੀਆਂ ਦੀ ਕਦਰ ਨਾ ਹੋਵੇ, ਧਰਮ ਦਾ ਪ੍ਰਸਾਰ ਉੱਥੇ ਕਿੱਥੋਂ ਹੋਊਗਾ? ਤੁਸੀਂ ਸੁਣ ਕੇ ਲੋਕੀ ਹੈਰਾਨ ਹੋਵੋਗੇ ਕਿ ਪਾਠੀ ਸਿੰਘ, ਉਹਨਾਂ ਨੂੰ ਕਿਤੇ ਤਨਖਾਹ ਨਹੀਂ ਮਿਲਦੀ, ਇੱਕ ਪਾਠ ਦੇ ਬਦਲੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਜਿਵੇਂ ਕੋਈ ਦਿਹਾੜੀਦਾਰ ਹੁੰਦਾ। ਤੇ ਜਦੋਂ ਕੋਵਿਡ ਸੀ ਨਾ, ਮੈਂ ਨਹੀਂ ਕਹਿੰਦਾ ਮੈਂ ਸਾਰੇ ਪਾਠੀਆਂ ਨੂੰ ਰਾਸ਼ਨ ਗੁਰੂ ਮਹਾਰਾਜ ਦੇਣ ਵਾਲਾ ਬੈਠਾ ਵਾ, ਉਹ ਲਿੱਲੜੀਆਂ ਤੁਹਾਡੀਆਂ ਕੱਢਦੇ ਰਹੇ ਧਰਨੇ ਲਾ ਕੇ ਵੀ ਸਾਨੂੰ ਰਾਸ਼ਨ ਹੀ ਦੇ ਦਿਓ ਜੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਤੇ ਤੁਸੀਂ ਉਹਨਾਂ ਦੀ ਹਾਲਤ ਕੀ ਕੀਤੀ ਹੈ? ਮੁਸ਼ਕਲ ਦੇ ਨਾਲ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਚੱਲਦੇ ਆ। ਔਰ ਇਹਦੀ ਮਿਸਾਲ, ਚਲੋ ਮੈਂ ਤੇ ਹੋ ਸਕਦਾ ਝੂਠ ਬੋਲ ਸਕਦਾ, ਆ ਦਲੇਰ ਮਹਿੰਦੀ ਦੇਸ਼ ਦੀ ਮਤਲਬ ਐਡੀ ਵੱਡੀ ਹਸਤੀ ਆ, ਉਹਨੇ ਇੱਕ ਆਪਣੀ ਵੀਡੀਓ ਜਾਰੀ ਕਰਕੇ ਕਿਹਾ ਕਿ ਮੈਂ ਜਦੋਂ ਕੀਰਤਨ ਕਰਦਾ ਹੁੰਦਾ ਸੀ ਨਾ,
ਦਿੱਲੀ ਸ਼੍ਰੋਮਣੀ ਕਮੇਟੀ ਜਿਹੜੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਬੰਦਾ ਅੱਜ ਕੱਲ੍ਹ ਉਹਦਾ ਪ੍ਰਧਾਨ ਹੈ। ਵੀਡੀਓ ਪੁਰਾਣੀ ਹੈ, ਮੈਨੂੰ ਪਤਾ ਨਹੀਂ ਉਹ ਕਿਹੜੇ ਕਾਰਜਕਾਲ ਦਾ ਪ੍ਰਧਾਨ ਹੋਊਗਾ, ਕਿ 1992 ਦੇ ਕਰੀਬ ਦੀ ਗੱਲ ਹੈ। ਮੈਂ ਉਹਦੇ ਘਰ ਕੀਰਤਨ ਕਰਨ ਗਿਆ ਤੇ ਸਵੇਰੇ ਨਾ ਕਿਸੇ ਨੇ ਰੋਟੀ ਪੁੱਛੀ, ਨਾ ਕੋਈ ਪਾਣੀ ਪੁੱਛਿਆ, ਤੇ ਜਾਣ ਲੱਗਿਆ 500 ਰੁਪਈਆ ਸਾਨੂੰ 3 ਬੰਦਿਆਂ ਨੂੰ ਮਿਲਿਆ, 3 ਜਣਿਆਂ ਨੂੰ, ਤੇ ਜਿਹਦੇ ਚੋਂ 150 ਰੁਪਈਆ ਸਾਡੇ ਹਿੱਸੇ ਆਇਆ। ਤੇ ਸ਼ਾਮ ਨੂੰ ਕਹਿੰਦਾ ਮੈਂ ਥੋੜਾ ਬਹੁਤਾ ਸਿੰਗਰ ਤਾਂ ਨਹੀਂ ਸੀ ਪਰ ਗਾ ਲੈਂਦਾ ਹੁੰਦਾ ਸੀਗਾ। ਸ਼ਾਮ ਨੂੰ ਉਹਨਾਂ ਨੇ ਮੈਨੂੰ ਬੁਲਾਇਆ ਗਾਣੇ ਗਾਉਣ ਲਈ, ਤੇ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਤੇ 500 ਦੇ ਨੋਟ, ਜਿਹੜਾ 5-10 ਹਜ਼ਾਰ ਰੁਪਈਆ ਹੀ ਮੇਰੇ ਉੱਤੋਂ ਵਾਰ ਕੇ ਸੁੱਟ ਦਿੱਤਾ ਗਿਆ। ਸੋ ਇਹ ਹਾਲਤ, ਇਹਨਾਂ ਚੀਜ਼ਾਂ ਦੇ ਉੱਤੇ ਸਾਰਿਆਂ ਨੂੰ ਗੌਰ ਕਰਨਾ ਚਾਹੀਦਾ ਕਿ ਜਿਹੜੇ ਬੰਦੇ ਗੁਰੂ ਨਾਲ ਜੋੜਦੇ ਆ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ, ਉਹਨਾਂ ਦਾ ਪੱਖ ਵੀ ਸੁਣਨਾ ਚਾਹੀਦਾ ਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਦੂਰ ਕਰਨੀਆਂ ਚਾਹੀਦੀਆਂ ਨੇ। ਆਹ ਹਾਲਾਤ ਨੇ ਬਾਕੀ ਮੈਂ ਨਹੀਂ, ਸਿੰਗਰਾਂ ਨੂੰ ਵੀ ਨਹੀਂ ਮੈਂ ਮਾੜੇ ਕਹਿੰਦਾ, ਪਰ ਲੋਕਾਂ ਦੀ ਮਨੋਦਸ਼ਾ ਤੇ ਇਹ ਫਰਜ਼ ਤੇ ਬਣਦਾ ਸ਼੍ਰੋਮਣੀ ਕਮੇਟੀ ਦਾ ਵੀ ਉਹਨਾਂ ਦੀ ਰਾਖੀ ਕਰੇ। ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰੋ। ਅਖੀਰ ਦੇ ਵਿੱਚ ਮੈਂ ਜਥੇਦਾਰ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਕ ਹੁਕਮਨਾਮਾ ਹੋਰ ਜਾਰੀ ਕਰੋ। ਵੈਸੇ ਤੇ ਤੁਹਾਡੇ ਆਖੇ ਕੋ ਲੱਗਦਾ ਨਹੀਂ, ਕੋ ਮੰਨਦਾ ਨਹੀਂ, ਪਰ ਇਸ ਹੁਕਮਨਾਮੇ ਨੂੰ ਜੇ ਸਖਤੀ ਨਾਲ ਲਾਗੂ ਕਰੋਗੇ ਕਿ ਇੱਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋਣਾ ਚਾਹੀਦਾ ਵਾ, ਇਹਦੇ ਨਾਲ ਸੰਗਤ ਦੀਆਂ ਰੌਣਕਾਂ ਵੀ ਗੁਰਦੁਆਰਿਆਂ 'ਚ ਪਰਤਣਗੀਆਂ, ਆਪਸੀ ਭਾਈਚਾਰਾ ਵੀ ਵਧੂਗਾ। ਬਾਕੀ ਜਿਹੜੇ ਸਥਾਨ ਨੇ ਉਹਨਾਂ ਦੇ ਉੱਤੇ ਸਕੂਲ, ਕੋਚਿੰਗ ਸੈਂਟਰ, ਲਾਇਬ੍ਰੇਰੀਜ਼, ਇਸ ਤਰ੍ਹਾਂ ਗਿਆਨ ਵਾਲੀਆਂ ਚੀਜ਼ਾਂ ਜਿਹੜੀਆਂ ਚੱਲਣੀਆਂ ਚਾਹੀਦੀਆਂ। ਇਹਦੇ ਨਾਲ ਫਿਰ ਧਰਮ ਦਾ ਪ੍ਰਸਾਰ ਵੀ ਹੋਊਗਾ ਤੇ ਬੱਚਿਆਂ ਦਾ ਜਿਹੜਾ ਭਵਿੱਖ ਵੀ ਉਹ ਵਧੀਆ ਤਿਆਰ ਹੋਊਗਾ। ਇੱਕ ਪਿੰਡ 'ਚ ਕੋਈ ਇੱਕ ਸ਼ਮਸ਼ਾਨ ਘਾਟ ਕੀਤਾ ਜਾਵੇ। ਆ ਸਾਡੇ ਲਾਗੇ ਇੱਕ ਪਿੰਡ ਹੈ ਵੇਰਕਾ, 6 ਸ਼ਮਸ਼ਾਨ ਘਾਟ ਨੇ, ਉਹਦੇ ਵਿੱਚ ਕੋਈ ਜਲਾਇਆਂ ਦਾ, ਕੋਈ ਰਵੀਦਾਸੀਆਂ ਦਾ, ਕੋਈ ਜੱਟਾਂ ਦਾ, ਕੋਈ ਮਜ਼੍ਹਬੀ ਸਿੰਘਾਂ ਦਾ। ਆਹ ਹਾਲਾਤ ਯਾਰ ਸਮਾਜ ਦੇ ਬਣ ਗਏ। ਇਹ ਲੋਕ ਮੰਗਦੇ ਕੀ ਨੇ? ਫਿਰ ਤੁਹਾਡਾ ਧਰਮ ਪਰਿਵਰਤਨ ਰੁਕਣਾ ਵਾ ਕਿ ਜਦੋਂ ਇਹਨਾਂ ਨੂੰ ਬਰਾਬਰਤਾ ਤੇ ਮਾਨ ਸਨਮਾਨ ਬਰਾਬਰ ਦਾ ਮਿਲ ਗਿਆ ਤੇ ਹਰ ਬੰਦਾ ਜਿਹੜਾ ਆਪਣੇ ਧਰਮ ਦੇ ਵਿੱਚ ਰਹੂਗਾ। ਬੰਦਾ ਧਰਮ ਬਦਲਣਾ ਕਿਤੇ ਸੌਖਾ ਹੁੰਦਾ? ਬੰਦਾ ਤੇ ਆਪਣੀ ਨੌਕਰੀ ਬਦਲਣ ਲੱਗਿਆ 20 ਵਾਰੀ ਸੋਚਦਾ। ਬੰਦੇ ਨੇ ਕਿਤੇ ਕਿਰਾਏ ਦਾ ਘਰ ਬਦਲਣਾ ਹੋਵੇ ਉਹ 20 ਵਾਰੀ ਸੋਚਦਾ। ਧਰਮ ਪਰਿਵਰਤਨ ਕਿੱਥੋਂ ਹੋ ਸਕਦਾ ਵਾ? ਮਜਬੂਰੀਆਂ ਨੇ ਲੋਕਾਂ ਦੀਆਂ ਤੇ ਇਹ ਵਿਤਕਰਾ। ਮੈਂ ਅਖੀਰ 'ਚ ਜੋ ਸਮਾਜ ਦੇ ਹਾਲਾਤ ਨੇ ਉਹਦੇ ਤੇ ਕਹਿ ਕੇ ਸਮਾਪਤੀ ਕਰਨ ਲੱਗਾ। ਇਹਨਾਂ ਚੀਜ਼ਾਂ ਦੇ ਉੱਤੇ ਗੌਰ ਸਾਰੀ ਸੰਗਤ ਵੀ, ਹਰ ਧਰਮ ਦੇ ਲੋਕ ਵੀ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾਉਣ। ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਹਾਲਾਤ ਕੀ ਬਣੇ ਸਾਡੇ ਦੇਸ਼ ਦੇ, ਸਾਡੇ ਸੂਬੇ ਦੇ, ਕਿ ਬਾਂਟਨੇ ਚਲੇ ਥੇ ਜ਼ਮੀਨ ईमान बांट दिए, खींच के सरहदें इंसान बांट दिए, वहीं रुक जाते तो भी खैर मनाते, वहीं रुक जाते तो भी खैर मनाते, मुद्दे खत्म हुए तो भगवान बांट दिए।